ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਜੋਗਿੰਦਰ ਸਿੰਘ। ਅੱਜ ਅਸੀਂ ਜਗਰਾਓਂ 'ਚ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਪਿਛਲੇ 425 ਦਿਨਾਂ ਤੋਂ ਕਿਸਾਨਾਂ ਨੇ ਸੰਘਰਸ਼ ਜਿਹੜਾ ਇਸ ਥਾਂ ਤੇ ਬੈਠ ਕੇ ਲੜਿਆ ਮੋਦੀ ਸਰਕਾਰ ਦੇ ਖਿਲਾਫ। ਤੇ ਅੱਜ ਜਿਹੜੇ ਕਾਨੂੰਨ ਨੇ ਉਹ ਵਾਪਸ ਹੋਣ ਤੋਂ ਬਾਅਦ ਜਿਹੜੇ ਆ ਲੋਕ ਸਭਾ 'ਚ ਵੀ ਜਿਹੜੇ ਨੇ ਕਾਨੂੰਨੀ ਤੌਰ ਤੇ ਰੱਦ ਹੋ ਗਏ ਨੇ। ਤੇ ਅੱਜ ਇੱਥੇ ਅਸੀਂ ਪੁੱਜੇ ਹਾਂ, ਕਿਸਾਨ ਆਗੂ ਵੀ ਨੇ ਤੇ ਜਿਹੜੇ ਖਾਸ ਕਰ ਕਮਲਜੀਤ ਖੰਨਾ ਜੀ ਜਿਨ੍ਹਾਂ ਨੇ ਜਗਰਾਓਂ ਇਲਾਕੇ 'ਚ ਇਸ ਸੰਘਰਸ਼ ਦੀ ਅਗਵਾਈ ਕੀਤੀ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਖੰਨਾ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਉਹਦੇ ਨਾਲ ਹੀ ਸਵਾਲ ਵੀ ਸ਼ੁਰੂ ਕਰ ਲੈਂਦੇ ਹਾਂ, ਕਿਸ ਤਰ੍ਹਾਂ ਦੇਖਦੇ ਹੋ? ਇੱਕ ਪਾਸੇ ਟਕਰਾਅ ਵਾਲੇ ਹਾਲਾਤ ਬਣੇ, ਕਹਿ ਰਹੇ ਸੀ ਮੋਦੀ ਸਰਕਾਰ ਝੁਕਦੀ ਨਹੀਂ, ਝੁਕ ਵੀ ਗਈ ਤੇ ਹੁਣ ਤਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਵੀ ਜਿਹੜੇ ਹੋਰ ਮੰਗਾਂ ਸੀ ਉਹਨਾਂ ਤੇ ਵਿਛਦੀ ਵੀ ਨਜ਼ਰ ਆਉਂਦੀ ਹੋ। ਕਿਸ ਤਰ੍ਹਾਂ ਦੇਖਦੇ ਹੋ ਇਸ ਜਿੱਤ ਨੂੰ? ਇਹ ਇਤਿਹਾਸਿਕ ਜਿੱਤ ਹੈ ਔਰ ਸਾਲਾਂ ਬਾਅਦ, ਖਾਸ ਤੌਰ 'ਤੇ 47 ਤੋਂ ਬਾਅਦ 75 ਸਾਲ ਜਿਹੜੇ ਲੰਘੇ ਆ, ਉਹਦੇ 'ਚ ਜਿੰਨਾ ਨਰਕ ਦੇਸ਼ ਦੇ ਲੋਕਾਂ ਨੇ ਭੋਗਿਆ, ਜਿੰਨਾ ਖੁਦਕਸ਼ੀਆਂ 'ਚ ਵਾਧਾ ਹੋਇਆ, ਜਿੰਨਾ ਖੇਤੀ ਕਿੱਤਾ ਗੈਰ ਲਾਹੇਵੰਦ ਬਣਿਆ, ਜਿੰਨਾ ਮਜ਼ਦੂਰ ਜਮਾਤ ਦੀ ਜ਼ਿੰਦਗੀ ਹੇਠਾਂ ਨੂੰ ਗਈ ਹੈ ਔਰ ਗਰੀਬ ਅਮੀਰ ਦਾ ਪਾੜਾ ਵਧਿਆ, ਬੇਰੁਜ਼ਗਾਰੀ ਵਧੀ ਹੈ, ਮਹਿੰਗਾਈ ਵਧੀ ਹੈ, ਇਹਨਾਂ ਸਾਰੀਆਂ ਗੱਲਾਂ ਤੋਂ ਲੋਕ ਅੱਕੇ ਹੋਏ ਸੀ, ਤੰਗ ਸੀ। ਉਹ ਕਿਤੇ ਕਿਤੇ ਬੁਲਬੁਲਾ ਫੁੱਟਦਾ ਸੀ, ਸੰਘਰਸ਼ ਚੱਲਦੇ ਸੀ, ਧਰਨੇ ਮੁਜ਼ਾਹਰੇ ਹੁੰਦੇ ਸੀ, ਦਿੱਲੀ ਤੱਕ ਵੀ ਲੋਕ ਜਾਂਦੇ ਸੀ, ਪਰ ਗੱਲ ਨਹੀਂ ਸੀ ਬਣਦੀ। ਲੋਕ ਲਗਾਤਾਰ ਲੜਾਈ ਲੜ ਰਹੇ ਸੀ। ਪਰ ਹੁਣ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ, ਤਾਂ ਇਸ ਕਿਸਾਨ ਅੰਦੋਲਨ ਨੇ ਪੂਰੇ ਦੇਸ਼ ਦੇ ਲੋਕਾਂ 'ਚ ਪੰਜਾਬ ਤੋਂ ਸ਼ੁਰੂ ਹੋਈ ਉਹ ਹਵਾ ਜਿਹੜੀ ਇੱਕ ਸਮਾਜ ਬਦਲੀ, ਰਾਜ ਬਦਲੀ ਦੀ ਲੜਾਈ ਦਾ ਮੁੱਢ ਬੰਨਿਆ, ਜਿਹਨੇ ਇਹ ਲੜਾਈ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਨਹੀਂ ਸੀ, ਇਹ ਇਸ ਸਿਸਟਮ ਦੇ ਖਿਲਾਫ, ਖੇਤੀ ਵਿਰੋਧੀ, ਲੋਕ ਵਿਰੋਧੀ, ਮਜ਼ਦੂਰ ਵਿਰੋਧੀ ਸਿਸਟਮ ਦੇ ਖਿਲਾਫ ਲੜਾਈ ਦਾ ਇੱਕ ਭਰੂਣ ਰੂਪ ਸੀ। ਕਿਉਂਕਿ ਲੋਕ ਵੋਟਾਂ ਪਾ ਕੇ, ਸਰਕਾਰਾਂ ਬਦਲ ਕੇ, ਭਿੰਨ ਭਿੰਨ ਰੰਗ ਦੇ ਆਗੂਆਂ ਨੂੰ ਮੂਹਰੇ ਲਿਆ ਕੇ ਅੱਕ ਚੁੱਕੇ ਸੀ, ਥੱਕ ਚੁੱਕੇ ਸੀ। ਔਰ ਜਦੋਂ ਇੱਕ ਲੰਬੀ ਪ੍ਰਕਿਰਿਆ 'ਚੋਂ ਸੰਯੁਕਤ ਕਿਸਾਨ ਮੋਰਚਾ ਹੋਂਦ 'ਚ ਆਇਆ ਤਾਂ ਉਸ ਮੋਰਚੇ ਨੇ ਪਹਿਲਾ ਸੱਦਾ ਹੀ ਦਿੱਤਾ ਸੀ ਕਿ ਜਿੰਨੀਆਂ ਵੀ ਮੌਕਾ ਪਰ ਸਿਆਸੀ ਪਾਰਟੀਆਂ ਨੇ ਉਹ ਸਾਡੇ ਸੰਘਰਸ਼ ਦਾ ਹਿੱਸਾ ਨਹੀਂ ਬਣਨਗੀਆਂ, ਕਿਉਂਕਿ ਮੋਰਚੇ ਦੀ ਲੀਡਰਸ਼ਿਪ ਨੂੰ ਇਹ ਪੂਰਾ ਯਕੀਨ ਸੀ ਕਿ ਜੇ ਸਿਆਸੀ ਪਾਰਟੀਆਂ ਸਾਡੇ ਮੋਰਚੇ 'ਚ ਸ਼ਾਮਲ ਹੁੰਦੀਆਂ ਤਾਂ ਇਹ ਮੋਰਚਾ ਨਿਰੰਤਰ ਲਗਾਤਾਰ ਨਹੀਂ ਚੱਲ ਸਕੂਗਾ। ਇਸ ਕਰਕੇ ਉਹਨਾਂ ਨੂੰ ਪਾਸੇ ਕਰਕੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਦੇ ਤੌਰ ਤੇ ਕਿਸਾਨਾਂ ਨੂੰ ਜਥੇਬੰਦ ਕੀਤਾ, ਨਾਲ ਮਜ਼ਦੂਰਾਂ ਨੂੰ ਲਿਆ, ਤਾਂ ਇਹ ਇੱਕ ਬਹੁਤ ਵੱਡਾ ਤੱਥ ਹੈ ਔਰ ਸਵਾਗਤਯੋਗ, ਮਾਣਯੋਗ ਤੱਥ ਹੈ ਕਿ ਦੇਸ਼ ਦੁਨੀਆ ਦੇ ਅੰਦਰ ਲੋਕਾਂ ਨੇ ਜੋ ਹੰਗਾਰਾ ਦਿੱਤਾ, ਜੋ ਇਸ ਸੰਘਰਸ਼ ਦੇ ਨਾਲ ਨਾਤਾ ਜੋੜਿਆ, ਜੋ ਤੰਦ ਜੋੜੀ, ਜੋ ਮਦਦ ਕੀਤੀ, ਜੋ ਹਿੱਸੇਦਾਰੀ ਪਾਈ, ਉਹਦੇ 'ਚ ਸਮਾਜ ਦਾ ਕੋਈ ਵੀ ਵਰਗ, ਵਕੀਲਾਂ ਤੋਂ ਲੈ ਕੇ ਕਲਾਕਾਰਾਂ ਤੋਂ ਲੈ ਕੇ ਬੁੱਧੀਜੀਵੀਆਂ ਤੋਂ ਪੱਤਰਕਾਰਾਂ ਤੋਂ, ਕੋਈ ਵੀ ਵਰਗ ਹੈ ਜਿਹੜਾ ਪਾਸੇ ਨਹੀਂ ਰਿਹਾ। ਖੰਨਾ ਜੀ, ਇੱਕ ਦੱਸਿਓ ਵੀ ਜਿਸ ਤਰ੍ਹਾਂ ਬੜੀ ਦ੍ਰਿੜਤਾ ਵਿਸ਼ਵਾਸ ਨਾਲ ਇਹ ਸੰਘਰਸ਼ ਲੜਿਆ ਗਿਆ, ਤੁਸੀਂ ਪਹਿਲਾਂ ਵੀ ਪੰਜਾਬ 'ਚ ਬੜੇ ਸੰਘਰਸ਼ ਲੜੇ ਨੇ, 50 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਹੋ, ਇਹ ਇੱਕ ਵਿਲੱਖਣ ਤੇ ਵੱਡਾ ਸੰਘਰਸ਼ ਲੜਿਆ ਗਿਆ ਔਰ ਜਿੱਤ ਮਿਲੀ ਹੈ। ਇਹ ਸੰਘਰਸ਼ ਨੇ ਕੀ ਤਜਰਬੇ ਹੋਏ ਨੇ? ਕੀ ਤਜਰਬੇ ਹੋਏ? ਦੇਖੋ, ਪਿਛਲੇ 50 ਸਾਲਾਂ ਦਾ ਤਜਰਬਾ ਇਸ ਸੰਘਰਸ਼ ਦੀ ਜਿੱਤ ਦੀ ਬੁਨਿਆਦ ਹੈ, ਕਿਉਂਕਿ ਪਿਛਲੇ ਸੰਘਰਸ਼ਾਂ 'ਚ ਅਸੀਂ ਇਹ ਸਿੱਖ ਲਿਆ ਸੀ, ਕਿਉਂਕਿ ਸਾਂਝੇ ਸੰਘਰਸ਼ ਹੀ ਕਿਸੇ ਸੰਘਰਸ਼ ਦੀ ਜਿੱਤ ਦੀ ਜਾਮਨੀ ਬਣਦੇ ਆ। ਅਸੀਂ, ਸਾਡੇ ਕਿਸਾਨ ਆਗੂ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਝੂਠੇ ਪੁਲਿਸ ਕੇਸ ਦੇ ਅੰਦਰ, ਉਹਨੂੰ ਸਜ਼ਾ ਹੋ ਗਈ ਸੀ। ਉਹ ਸਜ਼ਾ ਰੱਦ ਕਰਾਉਣ ਦੇ ਲਈ 45 ਦਿਨ ਲੰਬਾ ਬਰਨਾਲਾ ਜੇਲ੍ਹ ਨੂੰ ਘੇਰ ਕੇ ਇੱਕ ਲੰਬਾ ਸੰਘਰਸ਼ ਲੜਿਆ ਸੀ ਔਰ ਉਹਦੇ 'ਚ ਇੱਕ ਕਮੇਟੀ ਬਣਾਈ ਸੀ ਜਿਹਦੇ 'ਚ ਸਾਰੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਜਨਤਕ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਸੀ ਔਰ ਉਹ ਸ਼ਾਨਦਾਰ ਸੰਘਰਸ਼ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਸਾਡੇ ਉਸ ਕਿਸਾਨ ਆਗੂ ਨੂੰ ਜੇਲ੍ਹ 'ਚੋਂ ਬਾਹਰ ਕਢਾਇਆ ਸੀ। ਇਹ ਇਸ ਗੱਲ ਦੀ ਬੁਨਿਆਦ ਬਣੀ ਤੇ ਕਿਸਾਨ ਜਥੇਬੰਦੀ ਨੇ, ਖਾਸ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕੌਂਦਾ ਨੇ, ਦੂਜੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਗੱਲ ਲਈ ਰਜ਼ਾਮੰਦ ਕੀਤਾ ਕਿ ਪਹਿਲਾਂ 5 ਇਕੱਠੀਆਂ ਹੋਈਆਂ, ਫਿਰ 7 ਇਕੱਠੀਆਂ ਹੋਈਆਂ, ਫਿਰ 10 ਇਕੱਠੀਆਂ ਹੋਈਆਂ, ਫਿਰ 32 ਇਕੱਠੀਆਂ ਹੋਈਆਂ ਤੇ ਫਿਰ 400 ਦੇ ਕਰੀਬ ਦੇਸ਼ ਭਰ 'ਚ ਇਕੱਠੀਆਂ ਹੋਈਆਂ। ਇਹਦੇ ਲਈ ਇੱਕ ਅਮਲ ਚੱਲਿਆ ਔਰ ਅਮਲ ਦੀ ਬੁਨਿਆਦ ਇਹ ਸੀ ਕਿ ਆਪਾਂ ਇਹ ਕਾਲੇ ਕਾਨੂੰਨ ਰੱਦ ਕਰਾਉਣੇ ਆ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਸਮਝਦੇ ਸੀ ਜੇ ਕਾਨੂੰਨ ਰੱਦ ਨਾ ਹੋਏ, ਜ਼ਮੀਨਾਂ ਤੇ ਕਾਰਪੋਰੇਟ ਕਾਬਜ਼ ਹੋ ਗਏ,
ਖੇਤੀ ਫਸਲਾਂ ਜਿਹੜੀਆਂ ਮੰਡੀਆਂ 'ਚ ਨਾ ਵਿਕੀਆਂ ਉਹਨਾਂ ਦਾ ਘੱਟੋ ਘੱਟ ਸਮਰਥਨ ਮੁੱਲ ਗਾਇਬ ਹੋ ਗਿਆ, ਸਰਕਾਰੀ ਖਰੀਦ ਬੰਦ ਹੋ ਗਈ, ਨਿੱਜੀ ਕੰਪਨੀਆਂ ਜਾਂ ਵਪਾਰੀ ਆ ਕੇ ਸਾਡੀਆਂ ਫਸਲਾਂ ਤੇ ਪੈਦਾਵਾਰ ਤੇ ਕਾਬਜ਼ ਹੋ ਗਏ, ਜ਼ਮੀਨਾਂ ਤੇ ਕਾਰਪੋਰੇਟਾਂ ਨੇ ਕਬਜ਼ੇ ਕਰ ਲਏ, ਤਾਂ ਸਾਡੇ ਚੁੱਲ੍ਹੇ ਠੰਡੇ ਹੋਣਗੇ। ਸਾਡੀ ਰਸੋਈ ਆ ਜਿਹੜੀ ਉਹਦੇ 'ਚ ਰੋਟੀ ਨਹੀਂ ਪੱਕਣੀ, ਸਾਡੇ ਘਰ 'ਚ ਜਿੰਨੀਆਂ ਵੀ ਹੁਣ ਤੱਕ ਸਹੂਲਤਾਂ ਖਤਮ ਹੋ ਜਾਣਗੀਆਂ। ਤਾਂ ਇਸ ਗੱਲ ਨੂੰ ਸਮਝਾਉਣ ਦੇ ਵਿੱਚ ਕਿਸਾਨ ਲੀਡਰਸ਼ਿਪ ਨੇ ਹੇਠਾਂ ਤੋਂ ਲੈ ਕੇ ਉੱਪਰ ਤੱਕ, ਗਰਾਊਂਡ ਜ਼ੀਰੋ ਤੋਂ ਲੈ ਕੇ ਉੱਪਰ ਤੱਕ ਹਰ ਪਿੰਡ ਨੂੰ ਆਪਣੇ ਸੰਘਰਸ਼ ਦਾ ਅਖਾੜਾ ਬਣਾਇਆ, ਜਿੱਥੇ ਮੀਟਿੰਗਾਂ, ਰੈਲੀਆਂ, ਪ੍ਰਚਾਰ, ਟਰੈਕਟਰ ਮਾਰਚ, ਸਕੂਟਰ ਮੋਟਰਸਾਈਕਲ ਮਾਰਚ, ਨਾਟਕ ਪ੍ਰੋਗਰਾਮ, ਨੁੱਕੜ ਮੀਟਿੰਗਾਂ, ਘਰੋਂ ਘਰੀ ਸੁਨੇਹੇ, ਔਰ ਜਿਹੜੇ ਸੰਘਰਸ਼ ਮੋਰਚੇ ਪੰਜਾਬ ਦੇ ਵਿੱਚ 125 ਥਾਵਾਂ 'ਤੇ ਚੱਲੇ, ਉਹ ਇੱਕ ਤਰ੍ਹਾਂ ਦੇ ਟ੍ਰੇਨਿੰਗ ਸਕੂਲ ਸੀ, ਚੇਤਨਾ ਦੇ ਸਕੂਲ ਸੀ, ਜਿੱਥੇ ਅਸੀਂ ਆਪਣੇ ਸੰਘਰਸ਼ਾਂ ਦੇ ਪੁਰਾਣੇ ਇਤਿਹਾਸਕ ਨਾਇਕਾਂ ਨੂੰ ਵੀ ਯਾਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ, ਕਰਤਾਰ ਸਿੰਘ ਸਰਾਭੇ ਤੱਕ, ਗੁਰੂ ਗੋਬਿੰਦ ਸਿੰਘ ਤੱਕ, 10ਵੇਂ ਗੁਰੂ ਤੱਕ, ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ। ਉੱਥੇ ਅਸੀਂ ਭਗਤ ਸਿੰਘ ਦਾ ਦਿਨ ਵੀ ਮਨਾਇਆ, ਸੁਭਾਸ਼ ਚੰਦਰ ਬੋਸ ਦਾ ਦਿਨ ਵੀ ਮਨਾਇਆ, ਵਿਰਸਾ ਮੁੰਡਾ ਜਿਹੜਾ ਪਹਿਲਾ ਕਿਸਾਨ ਨਾਇਕ ਉਹਦਾ ਵੀ ਦਿਨ ਮਨਾਇਆ। ਜਾਣੀ ਲੋਕਾਂ ਨੂੰ ਇਤਿਹਾਸ ਦੇ ਨਾਲ, ਆਪਣੇ ਵਿਰਸੇ ਨਾਲ ਜੋੜਨ 'ਚ ਇਹ 1.25 ਸਾਲ 'ਚ ਜੋ ਅਸੀਂ ਕਾਮਯਾਬੀ ਹਾਸਲ ਕੀਤੀ ਹੈ, ਮੈਨੂੰ ਲੱਗਦਾ ਪਿਛਲੇ 50 ਸਾਲਾਂ 'ਚ ਵੀ ਅਸੀਂ ਹਾਸਲ ਨਹੀਂ ਕੀਤੀ। ਕੰਨਾ ਜੀ, ਇੱਕ ਦੱਸਿਓ, ਕਾਨੂੰਨ ਵਾਪਸ ਹੋ ਗਿਆ, ਭਵਿੱਖ ਦੀ ਕੀ ਰਣਨੀਤੀ ਹੈ? ਹੁਣ ਕਾਨੂੰਨ ਵਾਪਸ ਹੋ ਗਿਆ, MSP ਦੀ ਗਰੰਟੀ ਲਈ ਜਿਹੜੀ ਹੈ ਹਜੇ ਸੰਯੁਕਤ ਕਿਸਾਨ ਮੋਰਚਾ ਲੜ ਰਿਹਾ, ਕੀ ਰਣਨੀਤੀ ਹੈ? ਤੁਸੀਂ ਜੁੜੇ ਹੋਏ ਹੋ ਉੱਪਰ ਵੀ। ਸੰਯੁਕਤ ਕਿਸਾਨ ਮੋਰਚੇ ਦੀ ਪਿਛਲੀ ਮੀਟਿੰਗ ਦੇ ਵਿੱਚ ਇਹ ਤੈਅ ਹੋਇਆ ਸੀ ਕਿ 29 ਦਾ ਸੰਸਦ ਮਾਰਚ ਅਸੀਂ ਪੋਸਟਪੋਨ ਕਰ ਰਹੇ ਹਾਂ। ਅਸੀਂ ਟਕਰਾਅ ਦੀ ਸਥਿਤੀ ਨਹੀਂ ਚਾਹੁੰਦੇ, ਕਿਉਂਕਿ ਕਿਸਾਨ ਸੰਘਰਸ਼ ਦੇ, ਕਿਸਾਨ ਮਜ਼ਦੂਰਾਂ ਦੇ ਦਬਾਅ 'ਚ ਮੋਦੀ ਨੂੰ ਮਜਬੂਰ ਹੋਣਾ ਪਿਆ ਹੈ। ਜਿਹੜੀ ਅਸਲ ਲੜਾਈ ਉਹ ਜਿੱਤ ਲਈ, ਉਹ ਅਸਲ ਲੜਾਈ ਅਸੀਂ ਜਿੱਤ ਲਈ। ਜਿਹੜੀਆਂ ਹੋਰ 5-6 ਮੰਗਾਂ, ਜਿਵੇਂ MSP ਦਾ ਮੁੱਦਾ ਹੈ, ਬਿਜਲੀ ਐਕਟ 2020 ਦਾ ਮੁੱਦਾ, ਪ੍ਰਦੂਸ਼ਣ ਐਕਟ 'ਚੋਂ ਕਿਸਾਨਾਂ ਨੂੰ ਬਾਹਰ ਕੱਢਣ ਦਾ ਮੁੱਦਾ ਹੈ, ਜਾਂ ਜਿਹੜੇ ਕੇਸ ਨੇ ਸਾਰੇ ਦੇਸ਼ ਦੇ ਅੰਦਰ ਕਿਸਾਨਾਂ ਦੇ ਬਣੇ, ਮਜ਼ਦੂਰਾਂ ਤੇ ਬਣੇ, ਉਹ ਵਾਪਸ ਲੈਣ ਦਾ ਮੁੱਦਾ ਹੈ, ਜਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ, ਮਜ਼ਦੂਰਾਂ ਦੇ ਪਰਿਵਾਰਾਂ ਨੂੰ ਜਿਹੜਾ ਮੁਆਵਜ਼ੇ ਤੇ ਨੌਕਰੀ ਦਾ ਮੁੱਦਾ ਹੈ, ਜਾਂ ਜਿਹੜਾ ਅਜੇ ਮਿਸ਼ਰਾ ਟੈਨੀ ਹੈ ਉਹਨੂੰ ਬਰਖਾਸਤ ਕਰਨ ਦਾ ਮੁੱਦਾ ਹੈ। ਇਹਨਾਂ ਮੁੱਦਿਆਂ ਤੇ 4 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਸਰਕਾਰ ਨੂੰ ਕਿ ਇਸ ਦੌਰਾਨ ਮੀਟਿੰਗ ਸੱਦ ਕੇ ਮਸਲੇ ਵੀ ਹੱਲ ਕੀਤੇ ਜਾਣ, ਪਰ ਗੈਰ ਨੈਤਿਕ ਤੌਰ ਤੇ ਔਰ ਬਹੁਤ ਹੀ ਢੀਠਤਾਈ ਦੇ ਨਾਲ ਪਹਿਲਾਂ ਵੀ ਮੋਦੀ ਇੱਕ ਪਾਸੜ ਤੌਰ ਤੇ ਐਲਾਨ ਕਰਦਾ ਰਿਹਾ, ਹੁਣ ਵੀ ਦੇਸ਼ ਦੇ ਉਸ ਪ੍ਰਧਾਨ ਮੰਤਰੀ ਨੇ ਇੱਕ ਪਾਸੜ ਤੌਰ ਤੇ, ਤੋਮਰ ਨੇ ਐਲਾਨ ਕੀਤਾ ਕਿ ਪਰਾਲੀ ਦੇ ਪਰਚੇ ਦਰਜ ਨਹੀਂ ਹੋਣਗੇ, ਅਸੀਂ ਬਿਜਲੀ ਐਕਟ 2020 ਹੈ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਨਹੀਂ ਕਰਾਂਗੇ, MSP ਤੇ ਕਿਸਾਨਾਂ ਦੀ ਬਰਾਬਰ ਦੀ ਨੁਮਾਇੰਦਗੀ ਨਾਲ ਕਮੇਟੀ ਬਣਾ ਦਿੱਤੀ ਜਾਊਗੀ, ਤੇ ਜਿਹੜੇ ਪਰਚੇ ਹੈ ਉਹ ਰਾਜ ਸਰਕਾਰਾਂ ਨੂੰ ਕਹਿ ਦਿੱਤਾ ਕਿ ਉਹ ਰੱਦ ਕਰ ਦੇਣਗੇ। ਜਾਣੀ ਇੱਕ ਪਾਸੜ ਬਿਆਨ ਆ ਰਹੇ ਹੈ। ਅੱਜ ਸਾਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਕਿ ਅੱਜ ਹੀ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਜਾਂ ਕੱਲ੍ਹ 'ਚ ਉਹ ਮੀਟਿੰਗ ਸੱਦ ਕੇ ਇਹ ਸਾਰੇ ਮਾਮਲੇ ਨੂੰ ਰਿਵਿਊ ਕਰਕੇ ਅਗਲਾ ਸੱਦਾ ਦੇਣਾ, ਔਰ ਸਾਨੂੰ ਉਮੀਦ ਹੈ ਕਿ ਬਾਕੀ ਮੰਗਾਂ ਵੀ ਹਕੂਮਤ ਨੂੰ, ਮੋਦੀ ਸਰਕਾਰ ਨੂੰ, ਜਿਨ੍ਹਾਂ ਨੇ ਕਾਰਪੋਰੇਟ ਦਾ ਰਾਜ ਦੇਸ਼ ਦੇ ਅੰਦਰ ਲਿਆਉਣ ਦੇ ਲਈ ਠਾਣੀ ਹੋਈ ਸੀ, ਮਜ਼ਦੂਰਾਂ ਕਿਸਾਨਾਂ ਦੇ ਇਸ ਲੰਬੇ ਇਤਿਹਾਸਕ ਮਿਸਾਲੀ ਔਰ ਇੱਕ ਚਿਰਾਗ ਬਣੇ ਸੰਘਰਸ਼ ਨੇ ਮਜਬੂਰ ਕੀਤਾ ਹੈ ਕਿ ਤਾਨਾਸ਼ਾਹ ਜਾਂ ਹਕੂਮਤਾਂ ਵੱਡੀਆਂ ਨਹੀਂ ਹੁੰਦੀਆਂ, ਲੋਕ ਤੇ ਸਿਰਫ ਲੋਕ ਹੀ ਸਭ ਤੋਂ ਵੱਡੇ ਹੁੰਦੇ ਆ, ਤੇ ਲੋਕਾਂ ਨਾਲ ਟੱਕਰ ਲੈਣ ਵੇਲੇ ਹਮੇਸ਼ਾ ਕੂੜੇਦਾਨ 'ਚ ਸੁੱਟੇ ਜਾਂਦੇ ਨੇ। ਦੱਸ ਦਿਓ ਜਿਹੜਾ ਇਹ ਜਿੱਤ ਹੈ ਇਹਦਾ ਪੰਜਾਬ 'ਚ ਕੀ ਅਸਰ ਪਵੇਗਾ? ਪੰਜਾਬ ਦੀ ਰਾਜਨੀਤੀ, ਚੋਣਾਂ ਵੀ ਨੇੜੇ ਆ, ਕਿਸ ਤਰ੍ਹਾਂ ਦੇਖਦੇ ਹੋ ਜਿੱਤ ਤੇ ਕਿਸ ਤਰ੍ਹਾਂ ਦਾ ਅਸਰ? ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਹੁਣ ਸੰਘਰਸ਼ਾਂ ਦਾ ਅਖਾੜਾ ਹੀ ਬਣਿਆ ਰਹੇਗਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਨੀਂਹ ਧਰ ਦਿੱਤੀ ਗਈ ਹੈ ਔਰ ਮਜ਼ਬੂਤੀ ਨਾਲ ਧਰ ਦਿੱਤੀ ਗਈ ਹੈ, ਇਹਦੇ 'ਚ ਸੀਮੈਂਟ, ਬਜਰੀ, ਰੇਤਾ ਸਾਰਾ ਕੁਝ ਬਰਾਬਰ ਦਾ ਮਿਲਾ ਕੇ ਪਾਤਾ, ਔਰ ਲੋਕ ਮਨਾਂ ਦੇ ਅੰਦਰ ਸੰਘਰਸ਼ ਦਾ ਜੋ ਪੜੁੱਲ ਬਣਿਆ ਹੈ ਉਹ ਆਉਂਦੇ ਸਮੇਂ ਦੇ ਅੰਦਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਦਾ ਮਾਮਲਾ ਹੈ, ਆਉਂਦੇ ਸਮੇਂ ਦੇ ਅੰਦਰ ਜਿਹੜੇ ਕਰਜ਼ੇ ਰੱਦ ਕਰਾਉਣ ਦਾ ਮਾਮਲਾ ਹੈ, ਖੁਦਕਸ਼ੀਆਂ ਦੇ ਮੁਆਵਜ਼ੇ ਲੈਣ ਦਾ ਮਾਮਲਾ ਹੈ, ਸਹਿਕਾਰੀ ਖੇਤੀ ਦਾ ਮਾਮਲਾ ਹੈ, ਫਸਲੀ ਚੱਕਰ ਬਦਲਣ ਦਾ ਮਾਮਲਾ ਹੈ, ਜਿਹੜੀਆਂ ਸੁਸਾਇਟੀਆਂ ਉਹਨਾਂ ਨੂੰ ਵੱਧ ਅਧਿਕਾਰ ਦੇਣ ਦਾ ਮਾਮਲਾ ਹੈ। ਇਸ ਤੋਂ ਬਿਨਾਂ ਜਿਹੜੇ ਪੇਂਡੂ ਮਜ਼ਦੂਰ ਆਪਣੀਆਂ ਮੰਗਾਂ ਲਈ ਲੜ ਰਹੇ ਹੈ, ਭਾਵੇਂ ਕਿ ਚੰਨੀ ਸਰਕਾਰ ਨੇ ਪਿਛਲੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ 5-5 ਮਰਲੇ ਦੇ ਪਲਾਟ ਵੀ ਦੇਵਾਂਗੇ, ਸੁਸਾਇਟੀਆਂ ਦੇ ਵਿੱਚ 25% ਤੁਹਾਨੂੰ ਹਿੱਸਾ ਵੀ ਦੇਵਾਂਗੇ, 50,000 ਰੁਪਈਆ ਤੁਸੀਂ ਲਿਮਟ ਵੀ ਬਣਾ ਸਕਦੇ ਹੋ, ਪਰ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ। ਹੁਣ ਉਹ ਪੇਂਡੂ ਮਜ਼ਦੂਰਾਂ ਨੇ 12 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਰੇਲਾਂ ਜਾਮ ਦਾ ਸੱਦਾ ਦਿੱਤਾ 8 ਥਾਵਾਂ ਦੇ ਉੱਤੇ, ਤੇ ਕਿਸਾਨ ਜਥੇਬੰਦੀਆਂ ਉਹ ਸੰਘਰਸ਼ 'ਚ ਸ਼ਾਮਲ ਹੋਣਗੀਆਂ, ਉਹਦੀ ਹਮਾਇਤ ਕਰਨਗੀਆਂ, ਕਿਉਂਕਿ ਮਜ਼ਦੂਰ ਕਿਸਾਨ ਏਕਤਾ ਹੀ ਇੱਕ ਇਹੋ ਜਿਹਾ ਵਸੀਲਾ ਹੈ ਜਿਹਦੇ ਰਾਹੀਂ ਆਉਂਦੇ ਸਮੇਂ 'ਚ ਮੈਂ ਤਾਂ ਇਸ ਗੱਲੋਂ ਬਹੁਤ ਮਾਣ ਮਹਿਸੂਸ ਕਰਦਾ ਕਿ ਹੁਣ ਲੋਕ ਆਪ ਕਹਿਣ ਲੱਗ ਗਏ ਕਿ ਸਿਹਤ ਸਹੂਲਤਾਂ ਦੇ ਮੁੱਦੇ, ਸਿੱਖਿਆ ਫ੍ਰੀ ਹੋਵੇ, ਹਰ ਇੱਕ ਦੇ ਸਮਰੱਥਾ 'ਚ ਹੋਵੇ,
ਬੇਰੁਜ਼ਗਾਰੀ ਦਾ ਮੁੱਦਾ ਹੈ, ਕੱਚੀਆਂ ਨੌਕਰੀਆਂ ਨੂੰ ਪੱਕੇ ਕਰਾਉਣ ਦਾ ਮੁੱਦਾ ਹੈ, ਠੇਕੇਦਾਰੀ ਪ੍ਰਬੰਧ ਖਤਮ ਕਰਾਉਣ ਦਾ ਮੁੱਦਾ ਹੈ, ਨਿੱਜੀਕਰਨ ਨੂੰ ਰੋਕਣ ਦਾ ਮੁੱਦਾ ਹੈ। ਸੈਂਕੜੇ ਏਜੰਡੇ ਨੇ ਇਸ ਦੇਸ਼ ਦੇ ਅੰਦਰ। ਹੁਣ ਅੱਜ ਸਾਡੇ ਕੋਲ ਸਵੇਰੇ ਵੱਡੀ ਗਿਣਤੀ 'ਚ ਨੌਜਵਾਨ ਆਏ। ਉਹ ਕਹਿੰਦੇ 6.5 ਲੱਖ ਨੌਜਵਾਨਾਂ ਨੇ ਕਾਂਸਟੇਬਲ ਦਾ ਟੈਸਟ ਦਿੱਤਾ ਸੀ, ਉਹ 'ਚੋਂ 23,000 ਹੈ ਜਿਹੜੇ ਉਹਨਾਂ ਨੂੰ ਸਿਲੈਕਟ ਕੀਤਾ ਹੈ। ਬਾਕੀ ਸਾਨੂੰ ਸਾਡੀ ਮੈਰਿਟ ਤਾਂ ਦੱਸੋ। ਅੱਜ ਉਹਨਾਂ ਨੇ ਇੱਥੇ ਸੜਕ ਜਾਮ ਕੀਤੀ ਹੈ, ਕੱਲ੍ਹ ਨੂੰ ਫਿਰ ਉਹ SDM ਦਾ ਘਿਰਾਓ ਕਰ ਰਹੇ ਹੈ। ਇਸ ਸੰਘਰਸ਼ ਨੇ ਮੁਲਾਜ਼ਮਾਂ ਨੂੰ, ਪੇਂਡੂ ਮਜ਼ਦੂਰਾਂ ਨੂੰ ਔਰ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਦੱਸਤਾ ਕਿ ਸੰਘਰਸ਼ ਦਾ ਰਾਹ ਦੱਸਤਾ। ਸੰਘਰਸ਼ੀ ਜ਼ਿੰਦਗੀ ਬਦਲਣ ਦਾ, ਸਮਾਜ ਬਦਲਣ ਦਾ ਇੱਕ ਬਹੁਤ ਕਾਰਗਰ ਤੇ ਗਰੰਟੀਸ਼ੁਦਾ ਰਾਹ ਹੈ ਜੀ। ਸਾਡੇ ਨਾਲ ਗੁਰਪ੍ਰੀਤ ਸਿੰਘ ਵੀ ਨੇ ਜਿਹੜੇ ਕਿ ਵਿਦੇਸ਼ ਨੂੰ ਛੱਡ ਕੇ ਇੱਥੇ ਪਿਛਲੇ ਲੰਬੇ ਸਮੇਂ ਤੋਂ ਇਹ ਸੰਘਰਸ਼ ਜੁਟੇ ਹੋਏ ਨੇ। ਉਹਨਾਂ ਨਾਲ ਵੀ ਇੱਕੋ ਹੀ ਸਵਾਲ ਕਰ ਲੈਂਦੇ ਆ। ਹੁਣ ਜਿਹੜੀ ਜਿੱਤ ਆ ਉਹ ਮਿਲ ਗਈ ਆ, ਕਿਸ ਤਰ੍ਹਾਂ ਹੁਣ ਵਾਪਸੀ ਕਰ ਜਾਓਗੇ ਜਾਂ ਇੱਥੇ ਹੀ ਲੜੋਗੇ? ਦੇਖੋ ਜੀ, ਇਹ ਜਿਹੜੀ ਜਿੱਤ ਆ ਇਹ ਤਾਂ ਕੀਰਤੀ ਬਾਬੇ ਨਾਨਕ ਦੇ ਕੀਰਤੀ ਮਜ਼ਦੂਰ ਕਿਸਾਨ ਲੋਕਾਂ ਦੀ ਹੋਈ ਹੈ, ਕਿਉਂਕਿ ਇਹ ਜਿੱਡਾ ਵੱਡਾ ਸੰਘਰਸ਼ ਲੜਿਆ ਗਿਆ ਬਿਨਾਂ ਖੁਦਾਈ ਤਾਕਤ ਤੋਂ ਲੜਿਆ ਨਹੀਂ ਜਾਂਦਾ। ਇਹ ਉਹਨਾਂ ਕੀਰਤੀ ਲੋਕਾਂ ਦੀ ਜਿੱਤ ਆ ਜੋ ਬਾਬੇ ਨਾਨਕ ਨੇ ਕਰਤਾਰਪੁਰ ਹਲ ਵਾਹ ਕੇ ਦੱਸਿਆ ਸੀਗਾ ਕਿ ਅਸੀਂ ਜੋ ਖੇਤੀ ਆ ਉਹ ਉੱਤਮ ਆ, ਔਰ ਉੱਤਮ ਖੇਤੀ ਆ ਉਹਦੇ ਉੱਤੇ ਜੇ ਕਾਰਪੋਰੇਟ ਘਰਾਣੇ ਕਾਬਜ਼ ਹੋਣਾ ਚਾਹੁੰਦੇ ਸੀ, ਉਹ ਬਾਬੇ ਨਾਨਕ ਦੀ ਸੋਚ ਨੇ ਕਾਬਜ਼ ਨਹੀਂ ਹੋਣ ਦਿੱਤੇ। ਲੋਕਾਂ ਦਾ ਇੱਕਮਤ ਹੋ ਕੇ ਇਹ ਸੰਘਰਸ਼ ਲੜਨਾ ਤੇ ਇਸ ਨੂੰ ਜਿੱਤਣਾ ਇਹ ਬਹੁਤ ਵੱਡਾ ਫਲਸਫਾ ਜੋ 100 ਸਾਲ ਤੱਕ ਲੋਕਾਂ ਨੂੰ ਇੱਕ ਸੋਚ ਦਿੰਦਾ ਰਹੇਗਾ, ਇੱਕ ਉਹਦੇ ਕਹਿਣ ਨੂੰ ਮਾਰਗਦਰਸ਼ਨ ਦਿੰਦਾ ਰਹੇਗਾ। ਔਰ ਜਿਹੜੀ ਵਾਪਸੀ ਦੀ ਤੁਸੀਂ ਗੱਲ ਕਰਦੇ ਹੋ, ਵਾਪਸੀ ਤਾਂ ਹੁਣ ਅਸੀਂ ਲੋਕ ਜਿਹੜੇ ਉੱਥੇ ਜਥੇਬੰਦੀਆਂ ਬੈਠੀਆਂ ਨੇ ਉਹ ਇੱਕ ਮਤਾ ਪਾਉਣਗੀਆਂ ਵੀ ਸਾਰਾ ਸੰਘਰਸ਼ ਅਸੀਂ ਜਿੱਤ ਲਿਆ, ਵੀ ਇੱਥੇ ਤੱਕ ਅਸੀਂ ਆ ਜਿੱਤ ਹਾਸਲ ਕਰ ਲਈ ਆ, ਤੇ ਵੀ ਲੋਕ ਖੁਸ਼ੀ ਮੁੜਨਾ ਜ਼ਰੂਰ ਚਾਹੀਦਾ। ਪਰ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੀ ਇਹ ਵਾਪਸੀ ਆ ਇਹ ਉਹ ਇਕੱਲੀ ਜਿੱਤ। ਮੈਂ ਤੁਹਾਡੀ ਗੱਲ ਕਰਦਾ ਜੀ, ਤੁਸੀਂ ਵਾਪਸ ਜਾਓਗੇ ਹੁਣ ਵਿਦੇਸ਼ 'ਚ, ਤੁਸੀਂ ਵਿਦੇਸ਼ ਛੱਡ ਕੇ ਆਏ। ਹਾਂ, ਹੁਣ ਦੇਖੋ ਮੇਰੀ ਇਹ ਆਪਣੀ ਉਦੋਂ ਵੀ ਪਹਿਲਾਂ ਵੀ ਤੁਸੀਂ ਇੰਟਰਵਿਊ ਲਈ ਸੀ, ਕਮਿਟਮੈਂਟ ਹੋਈ ਸੀਗੀ ਵੀ ਬਾਈ ਜੀ ਕਿੰਨਾ ਕੁ ਚਿਰ ਸੰਘਰਸ਼ ਲੜੋਗੇ। ਮੈਂ ਉਦੋਂ ਇਹ ਗੱਲ ਕਹੀ ਸੀ ਵੀ ਉਨਾ ਚਿਰ ਸੰਘਰਸ਼ ਲੜਾਂਗੇ, ਨਹੀਂ ਇੱਥੇ ਧਰਤੀ ਤੋਂ ਜਾਂਦੇ ਪੰਜਾਬ ਦੀ ਤੋਂ ਜਿੰਨਾ ਚਿਰ ਅਸੀਂ ਜਿੱਤ ਨਹੀਂ ਲੈਂਦੇ। ਅੱਜ ਅਸੀਂ ਜਿੱਤਦੇ ਆ, ਬਾਬੇ ਨਾਨਕ ਨੇ ਸਾਨੂੰ ਜਿੱਤ ਬਖਸ਼ੀ ਹੈ, ਤੇ ਹੁਣ ਆਪ ਦਾ ਹਰੇਕ ਇੱਕ ਦਾ ਪਿੱਛੇ ਪਰਿਵਾਰ ਹੁੰਦਾ, ਕਿਰਤ ਹੁੰਦੀ ਆ। ਉਸ ਕਿਰਤ ਨੂੰ ਜੋ ਬਾਬੇ ਨਾਨਕ ਨੇ ਦੱਸਿਆ ਵੀ 10 ਨੌਹਾਂ ਦੀ ਕਿਰਤ ਕਰਕੇ ਕਿਤੇ ਵੀ ਤੁਸੀਂ ਰਹੋ ਤੇ ਆਪਦਾ ਪਰਿਵਾਰ ਪਾਲੋ ਔਰ ਚੱਲੋ, ਕਿਉਂਕਿ ਸਾਨੂੰ ਹਮੇਸ਼ਾ ਵੀ ਜੇ ਦੁਬਾਰੇ ਵੀ ਇਸ ਧਰਤੀ ਤੋਂ ਪੁਕਾਰ ਆਊਗੀ ਕਿ ਵਿਦੇਸ਼ਾਂ 'ਚੋਂ ਆ ਕੇ ਸਾਡੇ ਲੋਕਾਂ ਲਈ ਸਾਨੂੰ ਲੜਨਾ ਪਊਗਾ, ਤਾਂ ਅਸੀਂ ਵਿਦੇਸ਼ਾਂ ਦੀ ਧਰਤੀ ਛੱਡ ਕੇ ਆਵਾਂਗੇ ਜੀ, ਜ਼ਰੂਰ ਲੜਾਂਗੇ। ਪਰ ਹੁਣ ਅਸੀਂ ਜਿੱਤ ਕੇ ਜਾ ਰਹੇ ਹਾਂ ਤਾਂ ਸਾਨੂੰ ਉੱਥੇ ਵੀ ਮਾਣ ਸਤਿਕਾਰ ਆ, ਇੱਥੇ ਵੀ ਲੋਕਾਂ ਦੇ ਦਿਲਾਂ 'ਚ ਅਸੀਂ ਜਗ੍ਹਾ ਬਣਾਈ ਔਰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਔਰ ਅਸੀਂ ਸਾਨੂੰ ਸਭ ਤੋਂ ਵੱਡਾ ਮੈਨੂੰ ਇਸ ਚੀਜ਼ ਦਾ ਮਾਣ ਆ ਕਿ ਅਸੀਂ ਲੋਕਾਂ ਨੂੰ ਇਕਜੁੱਟ ਕਰਕੇ ਇੱਕ ਪਲੇਟਫਾਰਮ ਤੇ ਅਧਿਕਾਰਾਂ ਦੀ ਲੜਾਈ ਲੜਨਾ ਸਿਖਾਤੀ। ਜਿਸ ਸੋਚ ਨੂੰ ਲੈ ਕੇ ਅਸੀਂ ਸੰਘਰਸ਼ ਕੁੱਦੇ ਸੀ, ਅਸੀਂ ਉਹ ਸੋਚ ਲੋਕਾਂ 'ਚ ਭਰਤੀ ਆ। ਆਉਣ ਵਾਲੇ ਲੰਬੇ ਸਮੇਂ ਤੱਕ ਇਹ ਸੋਚ ਨਾਲ ਲੋਕ ਸੰਘਰਸ਼ ਲੜਦੇ ਰਹਿਣਗੇ ਔਰ ਜਿੱਤਦੇ ਰਹਿਣਗੇ। ਔਰ ਸ਼ੁਕਰ ਹੈ ਉਸ ਪ੍ਰਮਾਤਮਾ ਵਾਹਿਗੁਰੂ ਦਾ ਜਿਨੇ ਸਾਨੂੰ ਏਡੀ ਵੱਡੀ ਸ਼ਕਤੀ ਦੇ ਕੇ ਇਸ ਜ਼ਾਲਮ ਸਰਕਾਰ ਨਾਲ ਮੱਥਾ ਲਾ ਕੇ ਔਰ ਜਿੱਤ ਪ੍ਰਾਪਤ ਕਰਵਾਈ। ਤੁਸੀਂ ਸੁਣਿਆ ਹੈ ਕਿ ਜਿਹੜਾ ਇੱਥੋਂ ਦੇ ਕਿਸਾਨ ਆਗੂਆਂ ਨੇ ਜਾਂ ਜਿਹੜੇ ਮਜ਼ਦੂਰ ਆਗੂ ਕਮਲਜੀਤ ਖੰਨਾ ਜੀ, ਉਹਨਾਂ ਨੇ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜਿਹੜੀ ਇਹ ਸੰਘਰਸ਼ ਦ੍ਰਿੜਤਾ ਵਿਸ਼ਵਾਸ ਰੱਖ ਕੇ ਲੜਿਆ ਮੋਦੀ ਸਰਕਾਰ ਦੇ ਖਿਲਾਫ ਔਰ ਜਿੱਤ ਪ੍ਰਾਪਤ ਕੀਤੀ ਹੈ, ਤੇ ਜਿਹੜੀ ਭਵਿੱਖ ਦੀ ਰਣਨੀਤੀ ਹੈ। ਕਿਉਂਕਿ ਇਹਨਾਂ ਨੇ ਦੱਸਿਆ ਕਿ ਪੰਜਾਬ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਸੰਘਰਸ਼ਾਂ ਦਾ ਅਖਾੜਾ ਬਣਿਆ ਰਹੇਗਾ। ਅਸੀਂ ਇਹਨਾਂ ਨਾਲ ਭਵਿੱਖ 'ਚ ਵੀ ਗੱਲਬਾਤ ਕਰਦੇ ਰਹਾਂਗੇ। ਧੰਨਵਾਦ। ਮੈਂ ਜੋਗਿੰਦਰ ਸਿੰਘ, ਕੈਮਰਾਮੈਨ ਅਸ਼ੋਕ ਸੰਗਮ ਨਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।